ਸਾਰੀਆਂ ਗੱਲਾਂ ਅਸੀਂ ट्रांसपोर्ट मंत्री जी ने भी साझियां कर चुके हैं कि भर्ती जी नजायज़ आ अपने अधिकारियों नाल भी, पर अधिकारी किते ना किते अज भी आउटसोर्सिंग की भर्ती नूं तरजीह दे रहे आ। सो जिथों सानूं ये क्लीयर लग रहा है कि साडे विभाग के अधिकारी जिहड़े आ उस भर्ती नाल उस करप्शन नाल जुड़े हुए आ। सो असीं इस करके इस भर्ती का विरोध करते हैं। पासे सरकार दावे वादे करती है कि साड़ी करप्शन के खिलाफ तकड़ी मुहिम असीं किसी नूं बख्शांगे नहीं, कोई मर्जी होवे मंत्री तक असीं कार्रवाइयां करांगे। दूजे पासे प्रूफ देने फिर कार्रवाई असीं उन्हां नूं प्रूफ देते सुनातियाँ रिकॉर्डिंगां असीं उन्हां नूं लिखती रूप च भेज रहे हैं, पुष्टि कर रहे हैं उस चीज़ की भी क्लीयर आ। अधिकारियों नूं भी दसता हुण अधिकारियों का पहला फर्ज ये बनता सी ट्रांसपोर्ट मंत्री का भी कि जिहड़ी भर्ती हो रही उन्होंने पहलों रोक दे, ਉਹਦੇ ਤੇ ਪਹਿਲੋਂ ਰੋਕ ਲਾਉਂਦੇ ਉਸ ਤੋਂ ਬਾਅਦ ਉਹਦੀ ਜਾਂਚ ਕਰਾਈ ਜਾਂਦੀ, ਪਰ ਉਧਰ ਨੂੰ ਕੋਈ ਨਹੀਂ ਜਾ ਰਿਹਾ। ਅੱਜ ਵੀ ਭਰਤੀ ਹੋਣ ਵਾਲੇ ਪਾਸੇ ਨੂੰ ਜਾ ਰਹੀ ਆ। ਕੁਝ ਬੰਦੇ ਸਾਡੇ ਅਜੇ ਅਸੀਂ ਜਾਂਚ ਕਰ ਰਹੇ ਹਾਂ, ਆਇਡੈਂਟੀਫਾਈ ਹੋ ਰਹੇ, ਅਸੀਂ ਉਹਨਾਂ ਦੇ ਬਕਾਇਦਾ ਨਾਮ ਵੀ ਜਿਹੜੇ ਆ ਨਾਮਾਂ ਦੀ ਵੀ ਲਿਖਤੀ ਸ਼ਿਕਾਇਤ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਟਰਾਂਸਪੋਰਟ ਮੰਤਰੀ ਨੂੰ ਦੇਵਾਂਗੇ। ਸਾਡੇ ਅਧਿਕਾਰੀ ਵੀ ਕਿਤੇ ਨਾ ਕਿਤੇ ਇਸ ਭਰਤੀ ਨੂੰ ਸ਼ਹਿ ਦੇ ਰਹੇ ਕਿਉਂਕਿ ਇਸ ਭਰਤੀ ਦੇ ਵਿੱਚ ਪਾਰਦਰਸ਼ਤਾ ਨਹੀਂ। ਇਸ ਭਰਤੀ ਦੇ ਵਿੱਚ ਤਾਂ ਜਿੰਨੇ ਪੈਸੇ ਦੇ ਦਿੱਤੇ ਉਹਨੂੰ ਸਿਲੈਕਟ ਕਰ ਲਓ, ਦੂਜੇ ਨੂੰ ਰਹਿਣ ਦਿਓ, ਤਾਂ ਇਹਨੂੰ ਤਰਜੀਹ ਦਿੱਤੀ ਜਾ ਰਹੀ। ਅਸੀਂ ਚਾਹੁੰਦੇ ਵੀ ਪਾਰਦਰਸ਼ਤੀ ਵਾਲਾ ਜਿਹੜੀ ਭਰਤੀ ਆ ਉਹ ਕੀਤੀ ਜਾਵੇ। ਨਿੱਕੀਆਂ ਨਿੱਕੀਆਂ ਗਲਤੀਆਂ ਤੋਂ ਕੱਢ ਕੇ ਤੁਸੀਂ ਅੱਜ ਪੁਰਾਣਿਆਂ ਨੂੰ ਕੱਢ ਕੇ ਨਵੇਂ ਰੱਖ ਰਹੇ ਹੋ। ਜਿਹੜਾ ਪੁਰਾਣਾ ਮੁਲਾਜ਼ਮ ਕੱਢਿਆ ਗਿਆ, ਅਸੀਂ ਹੁਣ ਆਪਣੀ ਗੱਲ ਕਰੀਏ, ਮੈਂ ਖੁਦ 35 ਸਾਲ ਤੋਂ ਉੱਪਰ ਹੋ ਗਿਆ ਏ, ਕਿਸੇ ਵੀ ਸਰਕਾਰੀ ਵਿਭਾਗ 'ਚ ਹੁਣ ਨੌਕਰੀ ਕਰਨ ਜੋਗਾ ਨਹੀਂ। ਅੱਜ ਮੈਨੂੰ ਲੱਗੇ ਨੂੰ 15 ਸਾਲ ਹੋ ਗਏ ਵਿਭਾਗ 'ਚ, ਜਦੋਂ ਮੈਂ ਲੱਗਾ ਉਦੋਂ ਪੂਰੀ ਜਵਾਨੀ ਸੀ। ਅੱਜ ਜਵਾਨੀ ਵਿਭਾਗ ਨੂੰ ਦੇ ਦਿੱਤੀ ਅਸੀਂ, ਹੁਣ ਬੁਢਾਪੇ 'ਚ ਆ ਗਏ ਤੇ ਬੁਢਾਪੇ 'ਚ ਹੋਰ ਕਿਸੇ ਵਿਭਾਗ 'ਚ ਕੰਮ ਨਹੀਂ ਕਰ ਸਕਦੇ ਤੇ ਵਿਭਾਗ ਸਾਨੂੰ ਕੱਢ ਰਿਹਾ। ਨਾ ਕਿ ਸਾਡੇ ਲਈ ਕੋਈ ਇਨਕੁਆਰੀ ਜਾਂ ਕੋਈ ਪ੍ਰੋਸੈਸ। ਕੰਪਨੀ ਐਕਟ 1956 ਤਹਿਤ ਸਾਡੀ ਪਣਬਸ ਬਣੀ ਆ, ਉਹਦੇ 'ਚ ਸਾਡੇ ਸਰਵਿਸ ਰੂਲ ਬਣਾਉਣੇ ਬਣਦੇ ਸੀ, ਉਹ ਨਹੀਂ ਬਣਾਏ ਗਏ, ਜਦ ਕਿ PRTC 'ਚ ਬਣੇ ਨੇ। ਭਾਰਤ ਦਾ ਸੰਵਿਧਾਨ ਵੀ ਕਹਿੰਦਾ ਕਿ ਜੇਕਰ ਕੋਈ ਕਤਲ ਵੀ ਕਰਦਾ ਤਾਂ ਉਹਨੂੰ ਆਪਣਾ ਵਕੀਲ ਖੜਾ ਕਰਨ ਦੀ ਇਜਾਜ਼ਤ ਆ। ਉਹ ਵਕੀਲ ਖੜਾ ਕਰਕੇ ਆਪਣੀ ਬਹਿਸ ਕਰ ਸਕਦਾ, ਆਪਣਾ ਪੱਖ ਰੱਖ ਸਕਦਾ। ਪਰ ਸਾਡੇ ਵਿਭਾਗ 'ਚ ਇਹ ਹੈ ਕਿ ਜੇਕਰ ਕਿਸੇ ਮੁਲਾਜ਼ਮ ਦੀ ਰਿਪੋਰਟ ਹੋ ਗਈ, ਚਾਹੇ 10 ਰੁਪਏ ਦੀ, ਚਾਹੇ 20 ਰੁਪਏ ਦੀ, ਚਾਹੇ 50 ਰੁਪਏ ਦੀ, ਚਾਹੇ 100 ਦੀ, ਚਾਹੇ ਨਜਾਇਜ਼ ਚਾਹੇ ਜਾਇਜ਼, ਉਹਦਾ ਪੱਖ ਹੀ ਨਹੀਂ ਸੁਣਿਆ ਜਾਂਦਾ। ਉਹਨੂੰ ਸਿੱਧਾ ਬਲੈਕ ਲਿਸਟ ਕਰਕੇ ਘਰੋਂ ਤੋਰ ਦਿੱਤਾ ਜਾਂਦਾ ਵੀ ਤੂੰ ਬਲੈਕ ਲਿਸਟ ਹੈ। ਇੱਕ ਠੱਪਾ ਲਾ ਦਿੱਤਾ ਜਾਂਦਾ ਬਲੈਕ ਲਿਸਟ ਦਾ। ਓਵਰਲੋਡ ਕਿਉਂ ਜਾਂਦੀਆਂ ਜਾਂ ਸੀਟਾਂ ਹੀ 52 ਵਾਲੀਆਂ? ਜਦੋਂ 52 ਸੀਟਾਂ ਵਾਲੀ ਆ, ਤੁਹਾਨੂੰ ਅਸੀਂ ਉਹੀ ਦਿਖਾਉਣ ਲੱਗਾ। ਮੈਂ ਤੁਹਾਨੂੰ ਇਹ 52 ਸੀਟ ਲਿਆ, ਇਹਦੇ 'ਚ 101 ਸਵਾਰੀ ਫਰੀ ਵਾਲੀ ਆ, ਕਹਿਣ ਤੋਂ ਭਾਵ ਲੇਡੀਜ਼ 101 ਲੇਡੀਜ਼ ਆ, 30 ਜਿਹੜੇ ਨੇ ਉਹ ਨਗਦਾਂ ਵਾਲੇ ਨੇ ਸਾਡੇ ਕੋਲ। 131 ਦੇ ਵਿੱਚੋਂ ਜੇ ਇੱਕ ਟਿਕਟ ਮਿਸ ਵੀ ਰਹਿ ਗਈ ਤਾਂ ਉਹਦੇ 'ਚ ਕਨੈਕਟਰ ਦਾ ਤਾਂ ਕੋਈ ਦੋਸ਼ ਨਹੀਂ। ਕਨੈਕਟਰ ਨੇ ਤਾਂ 52 ਸਵਾਰੀਆਂ ਦੇ ਤੁਸੀਂ ਰੱਖਿਆ, ਉਹਨੂੰ ਨੌਕਰੀ 52 ਸੀਟਲ ਵਾਸਤੇ ਦਿੱਤੀ ਆ ਤੇ ਉਹਦੇ ਤੇ ਧੱਕਾ ਕੀਤਾ ਜਾ ਰਿਹਾ। ਅਸੀਂ ਇਸ ਕਰਕੇ ਚਾਹੁੰਦੇ ਵੀ ਇਹੋ ਜਿਹੇ ਮੁਲਾਜ਼ਮਾਂ ਦੀਆਂ ਇਨਕੁਆਰੀਆਂ ਕੀਤੀਆਂ ਜਾਣ। ਜੇਕਰ ਉਹ ਦੋਸ਼ੀ ਨੇ ਤਾਂ ਉਹਨਾਂ ਤੋਂ ਜੁਰਮਾਨਾ ਲਿਆ ਜਾਵੇ, ਜੇਕਰ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕੀਤੇ। ਕਿ ਜਿਹੜੇ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਫ੍ਰੀ ਸਫ਼ਰ ਸਹੂਲਤ ਕਰਕੇ ਕਿਤੇ ਥੋੜ੍ਹੀਆਂ ਬਹੁਤੀਆਂ ਘੱਟ ਚੱਲਦੀਆਂ ਪਈਆਂ ਨੇ ਜਾਂ ਘਾਟੇ ਜਾ ਰਹੇ ਆ, ਉਹਨਾਂ ਨੂੰ ਸਰਕਾਰੀ ਪਰਮਿਟ ਤੇ ਸਰਕਾਰੀ ਟਾਈਮ 'ਚ ਸਰਕਾਰੀ ਕਨੈਕਟਰ ਦੇ ਕੇ ਤੇ ਉਹਨੂੰ ਸਰਕਾਰੀ ਰੂਟ ਤੇ ਭੇਜਿਆ ਜਾਏਗਾ। ਤੇ ਉਹਨੂੰ ਸਰਕਾਰੀ ਰੂਟ ਤੇ ਭੇਜਣ ਦਾ 1 ਕਿਲੋਮੀਟਰ ਦਾ ਪ੍ਰਤੀ 8 ਰੁਪਏ ਜਾਂ 8.5 ਰੁਪਏ ਦਿੱਤੇ ਜਾਣਗੇ। ਕਹਿਣ ਤੋਂ ਭਾਵ 10,000 ਕਿਲੋਮੀਟਰ ਆ ਜਿਹੜਾ ਉਹ 1 ਮਹੀਨੇ ਦਾ ਕਰਾਉਣਾ, ਪਰ ਉਹਦੇ ਉਲਟ ਕੀ ਕਰਾਇਆ ਜਾ ਰਿਹਾ ਵੀ 10 ਦੀ ਬਜਾਏ 15-15,000 ਕਿਲੋਮੀਟਰ ਕਰਾਏ ਜਾ ਰਹੇ। ਕਹਿਣ ਤੋਂ ਭਾਵ 6 ਸਾਲਾਂ ਦੇ ਵਿੱਚ ਕਰੋੜ ਦੇ ਕਰੀਬ ਵਿਭਾਗ ਇੱਕ ਪ੍ਰਾਈਵੇਟ ਆਪਰੇਟਰ ਨੂੰ ਦਊਗਾ ਵੀ ਤੂੰ ਆਪਦੀ ਬੱਸ ਸਾਨੂੰ ਦਿੱਤੀ ਸੀ 6 ਸਾਲ ਵਾਸਤੇ, ਤੂੰ ਸਾਡੇ ਤੋਂ ਕਰੋੜ ਰੁਪਈਆ ਲੈ ਜਾ ਤੇ ਨਾਲ ਪਲੱਸ ਬੱਸ ਵੀ ਲੈ ਜਾ। ਪਰ ਅਸੀਂ ਚਾਹੁੰਦੇ ਹਾਂ ਵੀ ਸਰਕਾਰੀ ਬੱਸ ਪਾਈ ਜਾਵੇ ਜਿਹੜੀ ਕਿ 27-28 ਲੱਖ 'ਚ ਪਈ ਆ, ਜਿਹੜੀ ਮੌਜੂਦਾ ਨਵੀਆਂ ਬੱਸਾਂ ਪਈਆਂ, ਤੇ 6 ਸਾਲਾਂ ਬਾਅਦ ਉਹ ਬੱਸ ਵੀ ਸਰਕਾਰ ਦੀ ਆ ਤੇ ਉਹਦਾ ਜਿਹੜਾ 1.5 ਕਰੋੜ ਦੇਣਾ ਸੀਗਾ ਜਾਂ ਕਰੋੜ ਦੇਣਾ ਵਾ, 1 ਕਰੋੜ ਰੁਪਇਆ 6 ਸਾਲਾਂ 'ਚ ਦੇਣਾ, ਉਹ 1 ਕਰੋੜ ਦੀ ਬਜਾਏ ਉਹ ਬੱਸ ਦਾ 27 ਲੱਖ ਲੱਗਣਾ, ਪਲੱਸ ਜੇ ਖਰਚੇ ਕੱਢ ਲਈਏ 50 ਲੱਖ 'ਚ ਪੈ ਜੂ। ਕਹਿਣ ਤੋਂ ਭਾਵ 2 ਬੱਸਾਂ ਪੈ ਸਕਦੀਆਂ ਤੇ 6 ਸਾਲਾਂ ਬਾਅਦ ਵੀ ਉਹ ਸਰਕਾਰ ਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ DB ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਅੱਜ ਗੱਲ ਟਰਾਂਸਪੋਰਟ ਵਿਭਾਗ ਨੂੰ ਲੈ ਕਰਾਂਗੇ। ਲਗਾਤਾਰ ਸਰਕਾਰੀ ਬੱਸ ਵਾਲੇ, ਚਾਹੇ ਉਹ ਪਨ ਬੱਸ ਹੋਵੇ, PRTC ਹੋਵੇ, ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰ ਰਹੇ ਆ ਪੱਕੇ ਹੋਣ ਨੂੰ ਲੈ ਕੇ, ਆਪਣੀਆਂ ਹੋਰ ਮੰਗਾਂ ਲੈ ਕੇ। ਪਰ ਉੱਥੇ ਹੀ ਸਰਕਾਰ ਹੈ ਜਿਹੜੀਆਂ ਨਵੀਆਂ ਸਕੀਮਾਂ ਲਾ ਕੇ ਜਾਂ ਨਵੀਆਂ ਸਕੀਮਾਂ ਲਿਆ ਕੇ ਇਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ। ਤੇ ਇੱਕ ਵੱਡਾ ਕਪੜਾ ਜਿਹੜਾ ਕਿ ਨਾ ਮੁਲਾਜ਼ਮਾਂ ਵੱਲੋਂ ਉਹ ਫੜਿਆ ਗਿਆ ਹੈ ਤੇ ਸਰਕਾਰ ਅੱਗੇ ਲਿਆਂਦਾ ਵੀ ਗਿਆ ਹੈ, ਉਹ ਹੈ ਬੈਕਡੋਰ ਐਂਟਰੀ ਰਾਹੀਂ ਭਰਤੀ ਕਰਨ ਦਾ। ਵੀਡੀਓ ਆਡੀਓ ਦੇ ਪ੍ਰੂਫ ਵੀ ਦਿੱਤੇ ਜਾਂਦੇ ਨੇ, ਪਰ ਫਿਰ ਵੀ ਸਰਕਾਰ ਕਾਰਵਾਈ ਕਰਦੀ ਨਜ਼ਰ ਨਹੀਂ ਆਉਂਦੀ। ਸਾਡੇ ਨਾਲ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਚਰਚਾ ਕਰਦੇ ਹਾਂ। ਜੀ ਕੀ ਜਿਹੜੇ ਮਾਮਲਾ ਹੈ ਪੂਰਾ ਕਿ ਤੁਹਾਨੂੰ ਹਜੇ ਤੱਕ ਪੱਕੇ ਕਰਨ ਦੀ ਗੱਲ ਨਹੀਂ ਆਉਂਦੀ, ਤੁਸੀਂ ਕੱਚੇ ਮੁਲਾਜ਼ਮ ਰਹਿੰਦੇ ਤੇ ਬੈਕਡੋਰ ਐਂਟਰੀਆਂ ਹੁੰਦੀਆਂ ਨੇ? ਦੇਖੋ ਜੀ, ਪੰਜਾਬ ਸਰਕਾਰ ਸਾਨੂੰ ਬੈਕਡੋਰ ਐਂਟਰੀ ਕਹਿੰਦੀ ਆ, ਪਰ ਜਿਹੜੇ ਮੁਲਾਜ਼ਮ ਸਾਡੇ ਪਿਛਲੇ ਸਮੇਂ 'ਚ ਭਰਤੀ ਕੀਤੇ ਸੀ, ਉਹ ਜਿਸ ਤਰੀਕੇ ਨਾਲ ਰੋਡਵੇਜ਼ ਦੇ ਮੁਲਾਜ਼ਮ ਭਰਤੀ ਕੀਤੇ ਗਏ ਸੀ ਉਸੇ ਤਰੀਕੇ ਨਾਲ ਹੀ ਭਰਤੀ ਕੀਤੇ ਗਏ ਸੀ। ਕਹਿਣ ਤੋਂ ਭਾਵ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਪ੍ਰੋਪਰ ਚੈਨਲ, ਚਾਹੇ ਆਊਟਸੋਰਸਿੰਗ ਸੀ, ਉਸ ਤੋਂ ਬਾਅਦ ਕੰਟਰੈਕਟ ਤੇ ਭਰਤੀ ਹੋਈ 2015 ਦੇ ਵਿੱਚ, 14 'ਚ ਭਰਤੀ ਆਈ, 15 'ਚ ਮੁਲਾਜ਼ਮਾਂ ਨੂੰ ਜੁਆਇਨ ਕਰਾਇਆ ਗਿਆ। ਉਹ ਕੰਟਰੈਕਟ ਵਾਲੇ ਮੁਲਾਜ਼ਮ ਵੀ ਜਿਹੜੀ ਪ੍ਰੋਪਰ ਚੈਨਲ ਭਰਤੀ ਸੀਗੇ। ਹੁਣ ਕੀ ਕਰ ਰਹੀ ਹੈ ਸਰਕਾਰ ਕਿ ਜਿਹੜੇ ਉਹ ਮੁਲਾਜ਼ਮ ਪੁਰਾਣੇ ਸਮੇਂ 'ਚ ਰੱਖੇ ਗਏ ਸੀਗੇ, ਚਾਹੇ ਕੰਟਰੈਕਟ ਤੇ ਆ ਚਾਹੇ ਆਊਟਸੋਰਸਿੰਗ ਤੇ ਆ,
ਉਹਨਾਂ ਮੁਲਾਜ਼ਮਾਂ ਨੂੰ ਕੱਢਣ ਦੀ ਪ੍ਰਕਿਰਿਆ ਅਪਣਾਈ ਗਈ ਹੈ। 2014 ਦੇ ਵਿੱਚ ਇੱਕ ਕੰਡੀਸ਼ਨ ਲਾਤੀ ਕਿ ਮੁਲਾਜ਼ਮ ਜੇਕਰ ਕੋਈ ਸਵਾਰੀ ਵੀ ਸੁੱਤੀ ਰਹਿ ਗਈ, ਚਾਹੇ ਮੰਨ ਕੇ ਚਲੋ ਝੂਠਾ ਕੇਸ ਪੈ ਗਿਆ, ਕਿਸੇ ਇੰਸਪੈਕਟਰ ਨੇ ਝਗੜਾ ਕਰ ਲਿਆ ਕਿਸੇ ਇੰਸਪੈਕਟਰ ਨਾਲ, ਕਿਸੇ ਡਰਾਈਵਰ ਕਨੈਕਟਰ ਨੇ ਕਿ ਮੈਂ ਸਰਕਾਰੀ ਬੱਸ ਦਾ ਟਾਈਮ ਨਹੀਂ ਛੱਡਣਾ ਕਿਸੇ ਅੱਡੇ ਤੇ, ਉਹਨੇ ਉਹਦੀ ਨਜਾਇਜ਼ ਰਿਪੋਰਟ ਕਰਤੀ ਤਾਂ ਉਹਨੂੰ ਬਲੈਕ ਲਿਸਟ ਕਰ ਦਿਓ, ਕਰਮਚਾਰੀ ਨੂੰ ਉਹਨੂੰ ਨੌਕਰੀ ਤੇ ਰੱਖਣਾ ਹੀ ਨਹੀਂ, ਉਹਦੀ ਕੋਈ ਅਪੀਲ ਦਲੀਲ ਕੋਈ ਇਨਕੁਆਰੀ ਨਹੀਂ ਕਰਨੀ। ਬਿਲਕੁਲ ਇਹਦੇ ਟੌਪਿਕ ਤੇ ਕਰਦੇ ਆ, ਪਰ ਉਹ ਕਪੜਾ ਕੀ ਹੈ ਜਿਹੜਾ ਬੈਕ ਤੁਹਾਨੂੰ ਦੱਸਣ ਲੱਗਾ ਜੀ, ਉਹ ਚੀਜ਼ ਲਿਆ ਕੇ ਆਈ ਸਰਕਾਰ ਕਿ ਮੁਲਾਜ਼ਮਾਂ ਨੂੰ ਪੁਰਾਣਿਆਂ ਨੂੰ ਕੱਢ ਕੇ ਤੇ ਨਵੇਂ ਮੁਲਾਜ਼ਮਾਂ ਨੂੰ ਰੱਖਣ ਦੀ ਪ੍ਰਕਿਰਿਆ। ਨਵੇਂ ਮੁਲਾਜ਼ਮਾਂ ਨੂੰ ਕਿਉਂ ਰੱਖਣ ਦੀ ਪ੍ਰਕਿਰਿਆ ਬਣੀ, ਕਿਉਂ ਬੈਕਡੋਰ ਐਂਟਰੀ ਥਰੂ ਆਊਟਸੋਰਸਿੰਗ ਵਾਲੇ ਮੁਲਾਜ਼ਮ, ਕਿਉਂਕਿ ਉਹਦੇ ਵਿੱਚ ਵੱਡੀ ਗੱਲ ਇਹ ਆਈ ਕਿ ਜਿਹੜੀਆਂ ਸਾਡੇ ਕੋਲ ਵੀਡੀਓਜ਼ ਆਈਆਂ, ਉਹ ਵੀਡੀਓ ਦੇ ਵਿੱਚ ਠੇਕੇਦਾਰ ਦਾ ਕਰਨ ਦਾ 1.5 ਲੱਖ ਰੁਪਏ ਤੱਕ ਇੱਕ ਮੁਲਾਜ਼ਮ ਤੋਂ, ਜਿਹੜੇ ਇੱਕ ਨੌਜਵਾਨ ਭਰਤੀ ਹੋਣ ਗਿਆ, ਉਹਦੇ ਤੋਂ ਮੰਗ ਰਿਹਾ ਕਿ ਇੰਨੇ ਰੁਪਏ ਚੱਲ ਰਹੇ ਆ ਤੁਹਾਨੂੰ ਡਰਾਈਵਰ ਜਾਂ ਕਨੈਕਟਰ ਰੱਖਣ ਦਾ, 1.5 ਲੱਖ ਰੁਪਏ 1,20,000 ਰੁਪਏ ਚੱਲ ਰਿਹਾ। ਉਹ ਵੀਡੀਓ ਆਈਆਂ, ਉਹ ਵੀਡੀਓ ਅਸੀਂ ਆਪਣੇ ਅਧਿਕਾਰੀਆਂ ਤੱਕ ਵੀ ਪਹੁੰਚਾਈਆਂ, ਉਹਨੂੰ ਦਿੱਤੀਆਂ ਵੀ, ਸੋਸ਼ਲ ਮੀਡੀਆ ਤੇ ਵੀ ਉਹ ਵੀਡੀਓ ਵਾਇਰਲ ਹੋਈਆਂ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਦੀ ਜਿਹੜੀ ਨਵੀਂ ਨਿਊਜ਼ ਆ ਉਹ ਇਹ ਆ ਰਹੀ ਆ ਕਿ ਕੱਲ ਪਰਸੋਂ ਦੀ ਇੱਕ ਰਿਕਾਰਡਿੰਗ ਸਾਡੇ ਕੋਲ ਆਈ ਆ ਜਿਹੜੀ ਸੇਫ ਹੋ ਗਏ, ਉਹਦੇ ਵਿੱਚ ਡਾਇਰੈਕਟਰ ਦਫ਼ਤਰ ਦੇ ਅਧਿਕਾਰੀ ਦਾ ਟਰਾਂਸਪੋਰਟ ਮੰਤਰੀ ਤੋਂ ਵੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਗਾ, ਉਹਨਾਂ ਨਾਲੋਂ ਤਾਂ ਮਨਜ਼ੂਰੀ ਮਿਲਣੀ ਸੀ, ਮਿਲ ਗਈ ਆ, ਨਾਲ ਦੀ ਨਾਲ ਸੈਕਟਰੀ ਸਾਹਿਬ ਲੈਵਲ ਦਾ ਕੰਮ ਰਹਿ ਗਿਆ ਹੁਣ, ਠੀਕ ਹੈ, ਡਾਇਰੈਕਟਰ ਦਫ਼ਤਰ ਦੇ ਫਲਾਣੇ ਅਧਿਕਾਰੀਆਂ ਨਾਲ ਗੱਲ ਹੋ ਗਈ ਆ, ਆਪਾਂ ਭਰਤੀ ਕਰ ਰਹੇ ਆ, ਸੋਨੇ ਦੀ ਖਾਣ ਆ ਗਈ ਆ, ਹੁਣ ਜਿੰਨੀ ਮਰਜ਼ੀ ਲੁੱਟ ਲਈਏ ਕੋਈ ਦਿੱਕਤ ਨਹੀਂ। ਇਹੋ ਜਿਹੀਆਂ ਗੱਲਾਂ ਪਲੱਸ ਨਾਲ ਇਹ ਗੱਲਾਂ ਕਿ ਜਿਹੜੇ ਮੁਲਾਜ਼ਮ ਜਾਂ ਜਿਹੜੇ ਨੌਜਵਾਨ ਕਾਹਲੇ ਪੈਂਦੇ ਪਏ ਆ, ਉਹਨਾਂ ਨੂੰ ਬੇਸ਼ੱਕ ਪੈਸੇ ਮੋੜਦੇ, ਕੋਈ ਗੱਲ ਨਹੀਂ ਆਪਾਂ ਨਵੇਂ ਪਾ ਲਾਂਗੇ, ਇਹੋ ਜਿਹੀਆਂ ਗੱਲਾਂ ਉਹਨਾਂ ਰਿਕਾਰਡਿੰਗ ਦੇ ਵਿੱਚ ਆਈਆਂ ਨੇ ਸਾਡੇ ਕੋਲ, ਜਿਹੜੀਆਂ ਗੱਲਾਂ ਅਸੀਂ ਟਰਾਂਸਪੋਰਟ ਮੰਤਰੀ ਜੀ ਨਾਲ ਵੀ ਸਾਂਝੀਆਂ ਕਰ ਚੁੱਕੇ ਹਾਂ ਕਿ ਭਰਤੀ ਜਿਹੜੀ ਨਜਾਇਜ਼ ਆ ਆਪਣੇ ਅਧਿਕਾਰੀਆਂ ਨਾਲ ਵੀ, ਪਰ ਅਧਿਕਾਰੀ ਕਿਤੇ ਨਾ ਕਿਤੇ ਅੱਜ ਵੀ ਆਊਟਸੋਰਸਿੰਗ ਦੀ ਭਰਤੀ ਨੂੰ ਤਰਜੀਹ ਦੇ ਰਹੇ ਆ। ਸੋ ਜਿੱਥੋਂ ਸਾਨੂੰ ਇਹ ਕਲੀਅਰ ਲੱਗ ਰਿਹਾ ਕਿ ਸਾਡੇ ਵਿਭਾਗ ਦੇ ਅਧਿਕਾਰੀ ਜਿਹੜੇ ਆ ਉਸ ਭਰਤੀ ਨਾਲ, ਉਸ ਕਰਪਸ਼ਨ ਨਾਲ ਜੁੜੇ ਹੋਏ ਆ। ਸੋ ਅਸੀਂ ਇਸ ਕਰਕੇ ਇਸ ਭਰਤੀ ਦਾ ਵਿਰੋਧ ਕਰਦੇ ਹਾਂ। ਸਾਡੀ ਟਰਾਂਸਪੋਰਟ ਮੰਤਰੀ ਜੀ ਨਾਲ 21 ਤਰੀਕ ਨੂੰ ਮੀਟਿੰਗ ਹੋਈ, ਚਲੋ ਸਾਡੀਆਂ ਮੰਗਾਂ 'ਤੇ ਮੀਟਿੰਗ ਸੀ, ਉਹਨਾਂ ਮੰਗਾਂ 'ਤੇ ਟਰਾਂਸਪੋਰਟ ਮੰਤਰੀ ਜੀ ਨੇ ਸਹਿਮਤੀ ਜਤਾਈ, ਕੁਛ ਕੁ ਮੰਗਾਂ 3-4 ਮੰਗਾਂ ਸਾਡੀਆਂ ਜਿਹੜੀਆਂ ਉਹ ਪ੍ਰਵਾਨ ਹੋਈਆਂ। ਮੰਗਾਂ ਦੀ ਗੱਲ ਕਰਦੇ ਆ ਭਾਜੀ, ਪਰ ਇਸ ਤੋਂ ਪਹਿਲਾਂ ਤੁਸੀਂ ਜਦ ਪ੍ਰੂਫ ਦੇ ਦਿੰਦੇ ਹੋ ਮੰਤਰੀ ਨੂੰ, ਇੱਕ ਪਾਸੇ ਸਰਕਾਰ ਇਹ ਦਾਅਵੇ ਵਾਅਦੇ ਕਰਦੀ ਆ ਕਿ ਸਾਡੀ ਕਰਪਸ਼ਨ ਦੇ ਖਿਲਾਫ ਤਕੜੀ ਮੁਹਿੰਮ ਆ, ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ, ਕੋਈ ਮਰਜ਼ੀ ਹੋਵੇ ਮੰਤਰੀ ਤੱਕ ਅਸੀਂ ਕਾਰਵਾਈਆਂ ਕਰਾਂਗੇ, ਦੂਜੇ ਪਾਸੇ ਪ੍ਰੂਫ ਦਿੰਦੇ ਹੋ ਫਿਰ ਕਾਰਵਾਈ ਨਹੀਂ ਹੁੰਦੀ। ਅਸੀਂ ਉਹੀ ਕਹਿ ਰਹੇ ਹਾਂ ਨਾ ਜੀ, ਅਸੀਂ ਉਹਨਾਂ ਨੂੰ ਪ੍ਰੂਫ ਦੇ ਦਿੱਤੇ, ਸੁਣਾਤੀਆਂ ਰਿਕਾਰਡਿੰਗਾਂ, ਅਸੀਂ ਉਹਨਾਂ ਨੂੰ ਲਿਖਤੀ ਰੂਪ 'ਚ ਭੇਜ ਰਹੇ ਹਾਂ, ਪੁਸ਼ਟੀ ਕਰ ਰਹੇ ਉਸ ਚੀਜ਼ ਦੀ ਵੀ ਕਲੀਅਰ ਆ, ਅਧਿਕਾਰੀਆਂ ਨੂੰ ਵੀ ਦੱਸਤਾ। ਹੁਣ ਅਧਿਕਾਰੀਆਂ ਦਾ ਪਹਿਲਾ ਫਰਜ਼ ਇਹ ਬਣਦਾ ਸੀ ਟਰਾਂਸਪੋਰਟ ਮੰਤਰੀ ਦਾ ਵੀ ਕਿ ਜਿਹੜੀ ਭਰਤੀ ਹੋ ਰਹੀ ਉਹਨੂੰ ਪਹਿਲਾਂ ਰੋਕ ਦੇ, ਉਹਦੇ ਤੇ ਪਹਿਲਾਂ ਰੋਕ ਲਾਉਂਦੇ, ਉਸ ਤੋਂ ਬਾਅਦ ਉਹਦੀ ਜਾਂਚ ਕਰਾਈ ਜਾਂਦੀ, ਪਰ ਉਧਰ ਨੂੰ ਕੋਈ ਨਹੀਂ ਜਾ ਰਿਹਾ। ਅੱਜ ਵੀ ਭਰਤੀ ਹੋਣ ਵਾਲੇ ਪਾਸੇ ਨੂੰ ਜਾ ਰਹੀ ਆ ਕਿ ਅਸੀਂ ਭਰਤੀ ਕਰਾਂਗੇ, ਚਿੱਠੀਆਂ ਕੱਢ ਰਹੇ ਆ ਡਾਇਰੈਕਟਰ ਦਫ਼ਤਰ ਸਾਡੇ ਅਧਿਕਾਰੀ ਵੀ। ਸੋ ਸਾਡੀ ਦਾ ਡਿਮਾਂਡ ਇਹ ਹੈ ਕਿ ਪਹਿਲਾਂ ਉਸ ਭਰਤੀ ਨੂੰ ਹੁਣੇ ਹੀ ਸਟਾਪ ਕੀਤਾ ਜਾਵੇ, ਰੋਕਿਆ ਜਾਵੇ, ਉਸ ਤੋਂ ਬਾਅਦ ਜਿਹੜੀ ਉਹ ਪ੍ਰੂਫ ਦਿੱਤੇ ਗਏ ਉਹਨਾਂ ਤੇ ਜਾਂਚ ਕਰਕੇ ਜਿਹੜੇ ਵੀ ਅਧਿਕਾਰੀ ਉਹਦੇ 'ਚ ਇਨਵੋਲਵ ਨੇ, ਚਾਹੇ ਡਾਇਰੈਕਟਰ ਦਫ਼ਤਰ ਪੱਧਰ ਦੇ ਅਧਿਕਾਰੀ ਨੇ, ਚਾਹੇ ਕੋਈ ਹੇਠਲੇ ਪੱਧਰ ਦੇ ਅਧਿਕਾਰੀ ਨੇ, ਉਹਨਾਂ ਦੇ ਖਿਲਾਫ ਤੁਰੰਤ FIR ਦਰਜ ਹੋਣ, ਉਹਨਾਂ ਤੇ ਕਾਰਵਾਈ ਬਣੇ, ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ। ਤੇ ਉਸ ਤੋਂ ਬਾਅਦ ਸਰਕਾਰ ਨੇ ਜੇ ਕੋਈ ਭਰਤੀ ਕਰਨੀ ਹੈ ਤੇ ਆਪਣੇ ਥਰੂ ਰੈਗੂਲਰ ਭਰਤੀ ਕਰੇ ਜਾਂ ਕੰਟਰੈਕਟ ਤੇ ਭਰਤੀ ਕਰੇ, ਜਿੰਦਾ ਆਉਣ ਵਾਲੇ ਨੌਜਵਾਨਾਂ ਦਾ ਸ਼ੋਸ਼ਣ ਨਾ ਕੀਤਾ ਜਾਵੇ। ਕਿੰਨਾ ਰੇਟ ਲਾਇਆ ਗਿਆ ਸੀ ਉਹਦੇ ਵਿੱਚ ਇੱਕ ਡਰਾਈਵਰ ਦਾ? ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਪਹਿਲੀ ਰਿਕਾਰਡਿੰਗ ਦੇ ਵਿੱਚ ਤਾਂ ਰੇਟ ਲਾਇਆ ਗਿਆ ਜਿੰਦੇ 'ਚ 1.5 ਲੱਖ ਰੁਪਈਆ ਤੇ 1,20,000 ਰੁਪਈਆ, ਪਰ ਦੂਸਰੀ ਜਿਹੜੀ ਪਹਿਲੀ ਵੀਡੀਓ 'ਚ ਲਾਇਆ ਗਿਆ, ਪਰ ਦੂਸਰੀ ਜਿਹੜੀ ਰਿਕਾਰਡਿੰਗ ਉਹਦੇ ਸਿਰਫ ਪੈਸਿਆਂ ਦੇ ਲੈਣ ਦੇਣ ਦੀ ਗੱਲ ਆ ਕਿ ਪੈਸੇ ਜਿਹੜੇ ਨੇ ਉਹ ਅਸੀਂ ਤੁਸੀਂ ਵਾਪਸ ਕਰ ਦਿਓ, ਕੋਈ ਗੱਲ ਨਹੀਂ, ਆਪਣੇ ਕੋਲ ਖਾਣ ਆਈ ਸੋਨੇ ਦੀ, ਆਪਾਂ ਹੋਰ ਰੱਖ ਲਾਂਗੇ, ਹੋਰ ਲੈ ਲਾਂਗੇ, ਇਹ ਗੱਲਾਂ ਕੀਤੀਆਂ। ਹੁੰਦੇ ਨੇ ਕੁਝ ਬੰਦੇ ਸਾਡੇ ਅਜੇ ਅਸੀਂ ਜਾਂਚ ਕਰ ਰਹੇ ਹਾਂ, ਆਇਡੈਂਟੀਫਾਈ ਹੋ ਰਹੇ, ਅਸੀਂ ਉਹਨਾਂ ਦੇ ਬਕਾਇਦਾ ਨਾਮ ਵੀ ਜਿਹੜੇ ਆ, ਨਾਮਾਂ ਦੀ ਵੀ ਲਿਖਤੀ ਸ਼ਿਕਾਇਤ ਅਸੀਂ CM ਸਾਹਿਬ ਨੂੰ ਤੇ ਆਪਣੇ ਟਰਾਂਸਪੋਰਟ ਮੰਤਰੀ ਨੂੰ ਦੇਵਾਂਗੇ। ਅਸੀਂ ਰਿਕਾਰਡਿੰਗ ਦੇ ਚੁੱਕੇ ਹਾਂ ਕਿ ਇਸ ਭਰਤੀ ਨੂੰ ਰੋਕਿਆ ਜਾਵੇ ਤੁਰੰਤ। ਅਸੀਂ ਇਹ ਗੱਲ ਕਹਿ ਚੁੱਕੇ ਵੀ ਇਸ ਭਰਤੀ 'ਚ ਆ ਦੇਖੋ ਆ ਕੁਝ ਹੋ ਰਿਹਾ, ਇਹਨੂੰ ਤੁਰੰਤ ਰੋਕਿਆ ਜਾਵੇ। ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਮ ਜਿਨ੍ਹਾਂ ਦੇ ਆ ਰਹੇ, ਉਹਨਾਂ ਦੇ ਅਸੀਂ ਤੁਹਾਨੂੰ ਲਿਖਤੀ ਰੂਪ 'ਚ ਨਾਮ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਤੁਹਾਨੂੰ ਦਿੱਤੇ ਜਾਣਗੇ। ਪਹਿਲਾਂ ਵੀ ਤਾਂ ਕੋਈ ਐਸਾ ਮਾਮਲਾ ਆਇਆ ਸੀ ਕਿ ਕਈ ਲੱਖਾਂ ਦੀ ਪੇਮੈਂਟ ਦੇ ਵਿੱਚ ਡਾਇਰੈਕਟਰੇਟ ਦਾ ਕੁਝ ਇਸ਼ੂ ਹੋਇਆ ਸੀ, ਉਹ ਕੀ ਸੀਗਾ? ਬਿਲਕੁਲ ਜੀ, ਉਹਦੇ 'ਚ ਸਾਡੇ ਪੁਰਾਣੇ ਜਿਹੜੇ ਡਾਇਰੈਕਟਰ ਸੀਗੇ, ਉਹ ਪੁਰਾਣੀ ਸਰਕਾਰ ਵੇਲੇ ਵੀ ਭਰਤੀ ਦਾ ਰੌਲਾ ਪਿਆ ਸੀ ਕਿ ਭਰਤੀ ਆਏਗੀ। ਜਦੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਸੀ, ਉਸ ਸਮੇਂ ਸਾਡੇ ਜਿਹੜੇ ਮੌਜੂਦਾ ਡਾਇਰੈਕਟਰ ਸੀਗੇ ਪਰਮਜੀਤ ਸਿੰਘ ਜੀ, ਉਹਨਾਂ ਦਾ 32 ਲੱਖ ਰੁਪਏ ਨੂੰ ਉਹਨਾਂ ਨੂੰ ਵਿਜੀਲੈਂਸ ਨੇ ਚੁੱਕਿਆ ਸੀ ਆਣ ਕੇ। 32 ਲੱਖ 'ਚ CBI ਨੇ ਆਣ ਕੇ ਉਹਨਾਂ ਨੂੰ 32 ਲੱਖ ਦੀ ਰਕਮ 'ਚ ਚੁੱਕਿਆ ਸੀ, 2 ਲੱਖ ਇੱਥੋਂ, ਬਾਕੀ 30 ਲੱਖ ਘਰੋਂ ਪਾਇਆ ਗਿਆ। ਕਹਿਣ ਤੋਂ ਭਾਵ ਕਿ ਕਿਤੇ ਨਾ ਕਿਤੇ ਹਰ ਪਾਸੇ ਹੀ ਇਹ ਚੀਜ਼ ਆ ਰਹੀ ਹੈ ਕਿ ਸਾਡੇ ਅਧਿਕਾਰੀ ਵੀ ਕਿਤੇ ਨਾ ਕਿਤੇ ਇਸ ਭਰਤੀ ਨੂੰ ਸ਼ਹਿ ਦੇ ਰਿਹਾ, ਕਿਉਂਕਿ ਇਸ ਭਰਤੀ ਦੇ ਵਿੱਚ ਪਾਰਦਰਸ਼ਤਾ ਨਹੀਂ। ਇਸ ਭਰਤੀ ਦੇ ਵਿੱਚ ਤਾਂ ਜਿੰਨੇ ਪੈਸੇ ਦੇ ਦਿੱਤੇ ਉਹਨੂੰ ਸਿਲੈਕਟ ਕਰ ਲਓ, ਦੂਜੇ ਨੂੰ ਰਹਿਣ ਦਿਓ, ਤਾਂ ਇਹਨੂੰ ਤਰਜੀਹ ਦਿੱਤੀ ਜਾ ਰਹੀ। ਅਸੀਂ ਚਾਹੁੰਦੇ ਵੀ ਪਾਰਦਰਸ਼ਤੀ ਵਾਲਾ ਜਿਹੜੀ ਭਰਤੀ ਆ ਉਹ ਕੀਤੀ ਜਾਵੇ, ਰੈਗੂਲਰ ਭਰਤੀ ਕੀਤੀ ਜਾਵੇ ਜਾਂ ਕੰਟਰੈਕਟ ਤੇ ਭਰਤੀ ਕੀਤੀ ਜਾਵੇ, ਜਿੰਦਾ ਪ੍ਰੋਪਰ ਇੱਕ ਚੈਨਲ ਬਣੇ, ਮੁਲਾਜ਼ਮ ਜਿਹੜੇ ਯੋਗ ਨੇ ਉਹ ਆਉਣ। ਜਿਹੜੇ ਮੁਲਾਜ਼ਮ ਕੱਢੇ ਗਏ ਆ,
ਪਹਿਲ ਦੇ ਆਧਾਰ ਤੇ ਤਾਂ ਉਹਨਾਂ ਮੁਲਾਜ਼ਮਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ 10-10 ਸਾਲ ਹੋ ਗਏ ਵਿਭਾਗ 'ਚ ਕੰਮ ਕੀਤਿਆਂ। ਨਿੱਕੀਆਂ ਗਲਤੀਆਂ ਤੋਂ ਕੱਢ ਕੇ ਤੁਸੀਂ ਅੱਜ ਪੁਰਾਣਿਆਂ ਨੂੰ ਕੱਢ ਕੇ ਨਵਾਂ ਹੀ ਰੱਖ ਰਹੇ ਹੋ। ਜਿਹੜਾ ਪੁਰਾਣਾ ਮੁਲਾਜ਼ਮ ਕੱਢਿਆ ਗਿਆ, ਅਸੀਂ ਹੁਣ ਆਪਣੀ ਗੱਲ ਕਰੀਏ, ਮੈਂ ਖੁਦ 35 ਸਾਲ ਤੋਂ ਉੱਪਰ ਹੋ ਗਿਆ ਏ, ਕਿਸੇ ਵੀ ਸਰਕਾਰੀ ਵਿਭਾਗ 'ਚ ਹੁਣ ਨੌਕਰੀ ਕਰਨ ਜੋਗਾ ਨਹੀਂ। ਅੱਜ ਮੈਨੂੰ ਲੱਗੇ ਨੂੰ 15 ਸਾਲ ਹੋ ਗਏ ਵਿਭਾਗ 'ਚ। ਜਦੋਂ ਮੈਂ ਲੱਗਾ ਉਦੋਂ ਪੂਰੀ ਜਵਾਨੀ ਸੀ, ਅੱਜ ਜਵਾਨੀ ਵਿਭਾਗ ਨੂੰ ਦੇਤੀ ਅਸੀਂ। ਹੁਣ ਬੁਢਾਪੇ 'ਚ ਆ ਗਏ ਤੇ ਬੁਢਾਪੇ 'ਚ ਹੋਰ ਕਿਸੇ ਵਿਭਾਗ 'ਚ ਕੰਮ ਨਹੀਂ ਕਰ ਸਕਦੇ, ਤੇ ਵਿਭਾਗ ਸਾਨੂੰ ਕੱਢ ਰਿਹਾ। ਨਾ ਕਿ ਸਾਡੇ ਲਈ ਕੋਈ ਇਨਕੁਆਰੀ ਜਾਂ ਕੋਈ ਪ੍ਰੋਸੈਸ। ਕੰਪਨੀ ਐਕਟ 1956 ਤਹਿਤ ਸਾਡੀ ਪਣਬਸ ਬਣੀ ਆ, ਉਹਦੇ 'ਚ ਸਾਡੇ ਸਰਵਿਸ ਰੂਲ ਬਣਾਉਣੇ ਬਣਦੇ ਸੀ, ਉਹ ਨਹੀਂ ਬਣਾਏ ਗਏ, ਜਦ ਕਿ PRTC 'ਚ ਬਣੇ ਨੇ। ਉਲਟਾ ਸੈਕਟਰੀ ਸਾਹਿਬ ਦੀ ਇੱਕ ਛੋਟੀ ਜਿਹੀ ਚਿੱਠੀ ਨਿਕਲਦੀ ਕਿ ਬਲੈਕ ਲਿਸਟ ਕਰ ਦਿਓ, ਤੇ ਮੁਲਾਜ਼ਮ ਬਲੈਕ ਲਿਸਟ ਕੀਤੇ ਜਾ ਰਹੇ। ਤੁਸੀਂ ਕਹਿੰਦੇ ਵੀ ਇਦਾਂ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਆ, ਤੁਹਾਨੂੰ ਲੱਗਦਾ ਕਿ ਬੈਕਡੋਰ ਪੈਸੇ ਕਮਾਉਣ ਦੇ ਚੱਕਰ 'ਚ ਹੀ ਤੁਹਾਡੇ ਤੇ ਇਲਜ਼ਾਮ ਜ਼ਿਆਦਾ ਲੱਗ ਰਹੇ ਹੁਣ, ਤੇ ਕਹਿੰਦੇ ਹੁਣ ਕਿ ਕੱਢ ਦਿਓ ਬਾਹਰ, ਕੋਈ ਨਹੀਂ ਦੇਣਾ? ਬਿਲਕੁਲ ਜੀ, ਅਸੀਂ ਉਹੀ ਕਹਿ ਰਹੇ ਹਾਂ। ਅਗਰ ਕਿਸੇ ਵੀ ਮੁਲਾਜ਼ਮ ਤੇ, ਇਹ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਕਿ ਜੇਕਰ ਕੋਈ ਕਤਲ ਵੀ ਕਰਦਾ ਤਾਂ ਉਹਨੂੰ ਆਪਣਾ ਵਕੀਲ ਖੜਾ ਕਰਨ ਦੀ ਇਜਾਜ਼ਤ ਆ। ਉਹ ਵਕੀਲ ਖੜਾ ਕਰਕੇ ਆਪਣੀ ਬਹਿਸ ਕਰ ਸਕਦਾ, ਆਪਣਾ ਪੱਖ ਰੱਖ ਸਕਦਾ। ਪਰ ਸਾਡੇ ਵਿਭਾਗ 'ਚ ਇਹ ਹੈ ਕਿ ਜੇਕਰ ਕਿਸੇ ਮੁਲਾਜ਼ਮ ਦੀ ਰਿਪੋਰਟ ਹੋ ਗਈ, ਚਾਹੇ 10 ਰੁਪਏ ਦੀ, ਚਾਹੇ 20 ਰੁਪਏ ਦੀ, ਚਾਹੇ 50 ਰੁਪਏ ਦੀ, ਚਾਹੇ 100 ਦੀ, ਚਾਹੇ ਨਜਾਇਜ਼ ਚਾਹੇ ਜਾਇਜ਼, ਉਹਦਾ ਪੱਖ ਹੀ ਨਹੀਂ ਸੁਣਿਆ ਜਾਂਦਾ। ਉਹਨੂੰ ਸਿੱਧਾ ਬਲੈਕ ਲਿਸਟ ਕਰਕੇ ਘਰੋਂ ਤੋਰ ਦਿੱਤਾ ਜਾਂਦਾ ਵੀ ਤੂੰ ਬਲੈਕ ਲਿਸਟ ਹੈ, ਇੱਕ ਠੱਪਾ ਲਾ ਦਿੱਤਾ ਜਾਂਦਾ ਬਲੈਕ ਲਿਸਟ ਦਾ। ਸੋ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਮੁਲਾਜ਼ਮਾਂ ਦੀ ਘੱਟ ਤੋਂ ਘੱਟ ਅਪੀਲ ਦਲੀਲ ਸੁਣੀ ਜਾਵੇ, ਉਹਨਾਂ ਮੁਲਾਜ਼ਮਾਂ ਦੀ ਇਨਕੁਆਇਰੀ ਕੀਤੀ ਜਾਵੇ। ਜੇਕਰ ਉਹ ਦੋਸ਼ੀ ਆ ਤੇ ਵਿਭਾਗ ਉਹਦੇ ਤੇ ਜੁਰਮਾਨਾ ਤੈਅ ਕਰੇ ਕਿ ਕਿੰਨੇ % ਲੈਣਾ, ਕਿਉਂਕਿ ਪਹਿਲਾਂ ਵੀ ਰੋਡਵੇਜ਼ ਦੇ ਵਿੱਚ ਲਗਭਗ ਜਦੋਂ ਤੋਂ ਰੋਡਵੇਜ਼ ਬਣੀ ਇਹ ਚੀਜ਼ ਚੱਲਦੀ ਆਈ, ਕਿਉਂਕਿ ਸਾਡਾ ਲੈਣ ਦੇਣ ਵਾਲਾ ਲੋਕਾਂ ਨਾਲ ਪੈਸੇ ਨਗਦ ਲੈਣੇ, ਟਿਕਟ ਦੇਣੇ। ਕਈ ਵਾਰੀ ਸਵਾਰੀ ਟਿਕਟ ਸੁੱਟ ਦਿੰਦੀ ਆ, ਕਈ ਵਾਰੀ ਕੋਈ ਭੀੜ, ਹੁਣ ਜਿਵੇਂ 130 ਸਵਾਰੀਆਂ ਨੇ ਆ ਬੱਸ ਦੇ ਵਿੱਚ ਜਿਹਦੇ ਸਫ਼ਰ ਕਰਾਇਆ, 130 ਸਵਾਰੀਆਂ ਦੇ ਵਿੱਚ ਜੇ ਕਨੈਕਟਰ ਟਿਕਟ ਕੱਟੇ, ਕੋਈ ਸਵਾਰੀ ਥੱਲੇ ਬੈਠੀ ਰਹਿ ਜੇ ਤਾਂ ਉਹਦੇ 'ਚ ਕਨੈਕਟਰ ਦਾ ਕੋਈ ਦੋਸ਼ ਨਹੀਂ, ਉਹ ਸਵਾਰੀ ਦਾ ਦੋਸ਼ ਆ। ਉਹ ਨਹੀਂ ਸੁਣਿਆ ਜਾਂਦਾ, ਕਨੈਕਟਰ ਦੀ ਰਿਪੋਰਟ ਕਰ ਦਿੱਤੀ ਜਾਂਦੀ ਆ। ਓਵਰਲੋਡ ਕਿਉਂ ਜਾਂਦੀਆਂ ਜਾਂ ਸੀਟਾਂ ਹੀ 52 ਵਾਲੀਆਂ? ਜਦੋਂ 52 ਸੀਟਾਂ ਵਾਲੀ ਆ, ਤੁਹਾਨੂੰ ਅਸੀਂ ਉਹੀ ਦਿਖਾਉਣ ਲੱਗਾ ਮੈਂ ਤੁਹਾਨੂੰ। ਇਹ 52 ਸੀਟ ਲਿਆ, ਇਹਦੇ 'ਚ 101 ਸਵਾਰੀ ਫ੍ਰੀ ਵਾਲੀ ਆ, ਕਹਿਣ ਤੋਂ ਭਾਵ ਲੇਡੀਜ਼ 101 ਲੇਡੀਜ਼ ਆ, 30 ਜਿਹੜੇ ਨੇ ਉਹ ਨਗਦਾਂ ਵਾਲੇ ਨੇ ਸਾਡੇ ਕੋਲ, ਜਿਹੜੇ ਪੁਰਸ਼ ਕਹਿ ਸਕਦੇ ਜਾਂ ਜਿਹੜੇ ਕੋਈ ਨਗਦ ਵਾਲੀ ਸਵਾਰੀ ਹੋਏਗੀ ਉਹ 30 ਉਹ ਨੇ। ਤੇ 130 ਸਵਾਰੀਆਂ ਜਾਂ 131 ਸਵਾਰੀਆਂ ਲੈ ਕੇ ਅਸੀਂ ਜਾ ਰਹੇ ਹਾਂ, ਤੇ 131 ਦੇ ਵਿੱਚੋਂ ਜੇ ਇੱਕ ਟਿਕਟ ਮਿਸ ਵੀ ਰਹਿ ਗਈ ਤਾਂ ਉਹਦੇ 'ਚ ਕਨੈਕਟਰ ਦਾ ਤਾਂ ਕੋਈ ਦੋਸ਼ ਨਹੀਂ। ਕਨੈਕਟਰ ਨੇ ਤਾਂ 52 ਸਵਾਰੀਆਂ ਦੇ ਤੁਸੀਂ ਰੱਖਿਆ, ਉਹਨੂੰ ਨੌਕਰੀ 52 ਸੀਟਲ ਵਾਸਤੇ ਦਿੱਤੀ ਆ, ਤੇ ਉਹਦੇ ਤੇ ਧੱਕਾ ਕੀਤਾ ਜਾ ਰਿਹਾ। ਅਸੀਂ ਇਸ ਕਰਕੇ ਚਾਹੁੰਦੇ ਵੀ ਇਹੋ ਜਿਹੇ ਮੁਲਾਜ਼ਮਾਂ ਦੀਆਂ ਇਨਕੁਆਇਰੀਆਂ ਕੀਤੀਆਂ ਜਾਣ। ਜੇਕਰ ਉਹ ਦੋਸ਼ੀ ਨੇ ਤਾਂ ਉਹਨਾਂ ਤੋਂ ਜੁਰਮਾਨਾ ਲਿਆ ਜਾਵੇ, ਜੇਕਰ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕੀਤਾ। ਮੁਲਾਜ਼ਮਾਂ ਉੱਤੇ ਵੀ ਇਹੀ ਕਾਰਵਾਈ ਜਾਂ ਸਿਰਫ ਕੱਚਿਆਂ ਦੇ ਉੱਤੇ? ਬਿਲਕੁਲ ਨਹੀਂ ਜੀ, ਪੱਕੇ ਮੁਲਾਜ਼ਮਾਂ ਤੇ ਕੋਈ ਇਹੋ ਜਿਹੀ ਕਾਰਵਾਈ ਨਹੀਂ। ਚਾਹੇ ਉਹਨਾਂ ਦੀਆਂ 60 ਰਿਪੋਰਟਾਂ ਵੀ ਹੋਈਆਂ ਨੇ, ਉਹਨਾਂ ਨੂੰ ਪੈਂਡਿੰਗ ਤੇ ਬਹਾਲ ਕੀਤਾ ਜਾਂਦਾ, ਅੱਧੀ ਤਨਖਾਹ ਦਿੱਤੀ ਜਾਂਦੀ ਆ। ਸਾਡੇ ਮੁਲਾਜ਼ਮ ਦੀ ਜੇ ਚੌਥੀ ਰਿਪੋਰਟ ਹੋ ਗਈ, ਉਹਨੂੰ ਬਲੈਕ ਲਿਸਟ ਕਰਕੇ ਘਰ ਨੂੰ ਤੋਰ ਦਿੱਤਾ ਜਾਂਦਾ। ਦੂਸਰੀ ਵੱਡੀ ਗੱਲ ਕਿ ਜੇ 10 ਲੀਟਰ ਤੋਂ ਉੱਪਰ ਕਿਸੇ ਦੀ ਰਿਪੋਰਟ ਹੋ ਗਈ ਜਾਂ 400 ਤੋਂ ਉੱਪਰ ਕਿਸੇ ਦੀ ਰਿਪੋਰਟ ਹੋ ਗਈ, ਕਹਿਣ ਤੋਂ ਭਾਵ ਜੇ ਦਿੱਲੀ ਤੋਂ ਕੋਈ ਸਵਾਰੀ ਸੁੱਤੀ ਰਹਿ ਗਈ ਜਾਂ ਚੰਡੀਗੜ੍ਹ ਤੋਂ ਫਿਰੋਜ਼ਪੁਰ ਦੀ ਕੋਈ ਸਵਾਰੀ ਸੁੱਤੀ ਰਹਿ ਗਈ ਤੇ ਉਹਦੀ 500 ਤੋਂ ਉੱਤੇ ਰਿਪੋਰਟ ਬਣ ਗਈ, ਉਹ ਬਲੈਕ ਲਿਸਟ ਆ। ਪਰ ਜੇਕਰ ਰੈਗੂਲਰ ਮੁਲਾਜ਼ਮ ਚਾਹੇ 5500 ਦਾ ਘਪਲਾ ਹੈ, ਚਾਹੇ 1000 ਦਾ ਘਪਲਾ ਹੈ, ਚਾਹੇ 2000 ਦਾ ਘਪਲਾ ਹੈ, ਚਾਹੇ ਲੱਖ ਦਾ ਵੀ ਘਪਲਾ ਹੈ, ਉਹ ਮੁਲਾਜ਼ਮ ਨੂੰ ਪੈਂਡਿੰਗ ਤੇ ਬਹਾਲ ਵੀ ਕੀਤਾ ਜਾਂਦਾ, ਉਹਨੂੰ ਅੱਧੀ ਤਨਖਾਹ ਵੀ ਦਿੱਤੀ ਜਾਂਦੀ ਆ। ਇੱਕ ਮਹਿਕਮੇ 'ਚ 2-2 ਕਾਨੂੰਨ ਬਣਾਏ ਗਏ ਨੇ। ਘੱਟ ਤਨਖਾਹ, ਸਾਡੀ ਤਨਖਾਹ ਵੀ ਘੱਟ ਆ ਤੇ ਸਾਡੇ ਤੇ ਰੂਲ ਵੀ ਮਾਰੂ ਹੈ। ਮਾਰੂ ਕੰਡੀਸ਼ਨਾਂ ਸਿਰਫ ਸੈਕਟਰੀ ਸਾਹਿਬ ਦੀ ਚੇਅਰ ਆ, ਜਿਹੜੀ ਮੌਜੂਦਾ 2014 ਜਿਹੜੇ ਸੈਕਟਰੀ ਸਾਹਿਬ ਉਹਨਾਂ ਵੱਲੋਂ ਲਾਏ ਗਏ ਆ। ਸੋ ਅਸੀਂ ਚਾਹੁੰਦੇ ਵੀ ਇਹ ਜਿਹੜੀਆਂ ਕੰਡੀਸ਼ਨਾਂ ਰੱਦ ਹੋਣ, ਮੁਲਾਜ਼ਮਾਂ ਵਾਸਤੇ ਜਿਹੜੇ ਸਿਵਲ ਸਰਵਿਸ ਰੂਲ ਨੇ ਉਹ ਲਾਗੂ ਕੀਤੇ ਜਾਣ, ਉਹਨਾਂ ਵਾਸਤੇ ਰੂਲ ਬਣਾਏ ਜਾਣ, ਤਾਂ ਕਿ ਮੁਲਾਜ਼ਮ ਦੀ ਨੌਕਰੀ ਸੇਫ ਹੋਏਗੀ ਤੇ ਮੁਲਾਜ਼ਮ ਆਪਣੀ ਡਿਊਟੀ ਢੰਗ ਨਾਲ ਕਰੇਗਾ। ਨਹੀਂ ਤਾਂ ਮੁਲਾਜ਼ਮ ਨੂੰ ਤਾਂ ਇਹ ਦਿੱਕਤ ਰਹਿੰਦੀ ਹੈ ਕਿ ਮੈਂ ਵਿਭਾਗ ਵਾਸਤੇ ਕਿਉਂ ਸੋਚਾਂ, ਮੈਨੂੰ ਕੀ ਪਤਾ ਕਦੋਂ ਇਹਨਾਂ ਨੇ ਕੱਢ ਦੇਣਾ। ਕੱਲ੍ਹ ਵੀ ਗੱਲ ਸਾਡੀ ਮੀਟਿੰਗ 'ਚ ਚੱਲੀ ਵੀ ਤੁਸੀਂ ਵਿਭਾਗ ਲਈ ਸੋਚੋ। ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਇਹ ਪਤਾ ਹੀ ਨਹੀਂ ਵੀ ਤੁਸੀਂ ਸਵੇਰੇ ਸਾਨੂੰ ਕਹਿ ਦਿਓ ਵੀ ਚੱਲ ਘਰਾਂ ਨੂੰ ਤੂੰ ਬਲੈਕ ਲਿਸਟ ਆ, ਤੇ ਮੁਲਾਜ਼ਮ ਵਿਭਾਗ ਲਈ ਸੋਚੂਗਾ ਕੀ? ਜੇ ਮੁਲਾਜ਼ਮ ਨੂੰ ਪਤਾ ਹੋਊਗਾ ਕਿ ਮੈਨੂੰ ਭਾਈ ਜੇ ਮੈਂ ਗਲਤੀ ਕਰੂੰ ਤਾਂ ਹੀ ਕੱਢਣਾ, ਜੇ ਮੇਰਾ ਕਸੂਰਵਾਰ ਪਾਏਗਾ ਤਾਂ ਹੀ ਕੱਢਣਾ, ਤੁਸੀਂ ਇਨਕੁਆਇਰੀ ਕਰਨੀ, ਅਪੀਲ ਦੇ ਲਈ ਸੁਣਨੀ, ਆਪੇ ਵਿਭਾਗ ਲਈ ਸੋਚੂਗਾ। ਉਹਦਾ ਟੈਨਸ਼ਨ 'ਚ ਰਹਿੰਦਾ, ਪਤਾ ਨਹੀਂ ਕਦੋਂ ਤੁਸੀਂ ਕੱਢ ਦੇਣਾ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਲੈ ਕੇ ਆਏ ਨੇ, ਇਹ ਚੀਜ਼ ਸਿਰਫ ਤੇ ਸਿਰਫ ਨਜਾਇਜ਼ ਆਊਟਸੋਰਸਿੰਗ ਦੀ ਭਰਤੀ ਕਰਨ ਵਾਸਤੇ ਲਿਆ ਰਹੇ ਆ ਵਾਰ-ਵਾਰ। ਅਸੀਂ ਇਹਨੂੰ ਰੋਕਾਂਗੇ ਆਉਣ ਵਾਲੇ ਦਿਨਾਂ 'ਚ। ਕੱਲ੍ਹ ਪਰਸੋਂ ਦੇ ਚੌਥ ਦੀ ਹੜਤਾਲ ਸੀ, ਮੰਤਰੀ ਜੀ ਨਾਲ ਸਹਿਮਤੀ ਹੋ ਗਈ ਸਾਡੀ, ਅਸੀਂ ਹੜਤਾਲ ਤਾਂ ਕਈ ਪੋਸਟਪੋਨ ਕਰ ਲਈ ਆ। ਪਰ ਜੇ ਸਰਕਾਰ ਆਊਟਸੋਰਸਿੰਗ ਦੀ ਭਰਤੀ ਜਾਂ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ PRTC ਜਾਂ ਪਣਬੱਸ ਲੈ ਕੇ ਆਉਂਦੀ ਆ, ਤੇ ਆਉਣ ਵਾਲੇ ਸਮੇਂ 'ਚ ਤੁਰੰਤ ਅਸੀਂ ਤਿੱਖਾ ਐਕਸ਼ਨ ਲਿਖਾਂਗੇ, ਚਾਹੇ ਸਾਨੂੰ ਰੋਡਾਂ ਤੇ ਬੱਸਾਂ ਟੇਢੀਆਂ ਲਾਉਣੀਆਂ ਪੈਣ, ਧਰਨਾ ਲਾਉਣਾ ਪਏ। ਇਹ ਤਾਂ ਮੁਲਾਜ਼ਮਾਂ ਦੀ ਗੱਲ। ਹੁਣ ਕਿਲੋਮੀਟਰ ਦੀ ਸਕੀਮ ਨੂੰ ਲੈ ਕੇ ਵੀ ਜਿਹੜਾ ਲਗਾਤਾਰ ਪ੍ਰੋਟੈਸਟ ਸੀਗਾ, ਤੁਸੀਂ ਪ੍ਰੂਫ ਵੀ ਪੇਸ਼ ਕੀਤੇ ਨੇ, ਉਹ ਕੀ ਸਕੀਮ ਆ ਜਿਹੜੀ ਜ਼ਿਆਦਾ ਮਾਰੂ ਤੁਸੀਂ ਕਹਿ ਰਹੇ ਹੋ ਸਾਡੇ ਲਈ? ਕਿਲੋਮੀਟਰ ਸਕੀਮ ਬੱਸਾਂ ਦਾ ਪ੍ਰੋਸੀਡਿੰਗ ਉਸੇ ਤਰੀਕੇ ਨਾਲ ਹੀ ਆ ਜੀ, ਜਿਵੇਂ ਸਰਕਾਰ ਕਹਿੰਦੀ ਸੀ ਅਸੀਂ ਬਦਲਾ ਲਿਆਵਾਂਗੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ, ਤਨਖਾਹਾਂ ਹਰ ਮਹੀਨੇ ਡਿਲੇ ਹੋ ਰਹੀਆਂ। ਦੂਸਰੇ ਪਾਸੇ ਆਊਟਸੋਰਸਿੰਗ ਦੀ ਭਰਤੀ ਲੈ ਕੇ ਆ ਗਏ। ਤੀਸਰੀ ਵੱਡੀ ਗੱਲ ਕਿ ਜਿੱਥੇ ਟਰਾਂਸਪੋਰਟ ਮਾਫੀਆ ਖਤਮ ਕਰਨਾ ਸੀ, ਉੱਥੇ ਟਰਾਂਸਪੋਰਟ ਮਾਫੀਏ ਉਸੇ ਤਰੀਕੇ ਨਾਲ ਚੱਲ ਰਿਹਾ। ਪਰ ਉਹਦੇ ਉਲਟ ਕੀ ਹੋ ਰਿਹਾ ਕਿ ਜਿਹੜੇ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਫ੍ਰੀ ਸਫ਼ਰ ਸਹੂਲਤ ਕਰਕੇ ਕਿਤੇ ਥੋੜ੍ਹੀਆਂ ਬਹੁਤੀਆਂ ਘੱਟ ਚੱਲਦੀਆਂ ਪਈਆਂ ਨੇ ਜਾਂ ਘਾਟੇ ਜਾ ਰਹੇ ਆ,
ਉਹਨਾਂ ਨੂੰ ਸਰਕਾਰੀ ਪਰਮਿਟ ਤੇ ਸਰਕਾਰੀ ਟਾਈਮ 'ਚ ਸਰਕਾਰੀ ਕਨੈਕਟਰ ਦੇ ਕੇ ਤੇ ਉਹਨੂੰ ਸਰਕਾਰੀ ਰੂਟ ਤੇ ਭੇਜਿਆ ਜਾਏਗਾ। ਤੇ ਉਹਨੂੰ ਸਰਕਾਰੀ ਰੂਟ ਤੇ ਭੇਜਣ ਦਾ 1 ਕਿਲੋਮੀਟਰ ਦਾ ਪ੍ਰਤੀ 8 ਰੁਪਏ ਜਾਂ 8.5 ਰੁਪਏ ਦਿੱਤੇ ਜਾਣਗੇ। ਕਹਿਣ ਤੋਂ ਭਾਵ 10,000 ਕਿਲੋਮੀਟਰ ਆ ਜਿਹੜਾ ਉਹ 1 ਮਹੀਨੇ ਦਾ ਕਰਾਉਣਾ, ਪਰ ਉਹਦੇ ਉਲਟ ਕੀ ਕਰਾਇਆ ਜਾ ਰਿਹਾ ਵੀ 10 ਦੀ ਬਜਾਏ 15,000 ਕਿਲੋਮੀਟਰ ਕਰਾਏ ਜਾ ਰਹੇ ਆ। ਜੇ 15,000 ਕਿਲੋਮੀਟਰ ਕਰਾਏਗਾ ਤਾਂ ਤੁਸੀਂ ਆਪੇ ਹਿਸਾਬ ਲਾ ਲਓ 1,20,000 ਰੁਪਇਆ ਬਣਦਾ। ਕਿਤੇ 1.5 ਲੱਖ ਤੱਕ ਵੀ ਬਣ ਜਾਂਦਾ ਜੇ 9 ਰੁਪਏ ਦੇ ਹਿਸਾਬ ਨਾਲ ਹੋਈਏ ਤੇ 1.5 ਲੱਖ ਰੁਪਇਆ 1 ਮਹੀਨੇ ਦਾ ਪ੍ਰਾਈਵੇਟ ਮਾਲਕ ਆਪਣੇ ਘਰੇ ਲੈ ਜਾਊਗਾ। ਤੇ ਬੱਸ ਜਿਹੜੀ ਆ 6 ਸਾਲਾਂ ਬਾਅਦ ਬੱਸ ਵੀ ਪ੍ਰਾਈਵੇਟ ਮਾਲਕ ਦੀ ਆ, ਬੱਸ ਵੀ ਪ੍ਰਾਈਵੇਟ ਮਾਲਕ ਕੋਲ ਚਲੇ ਜਾਣੀ ਆ 6 ਸਾਲਾਂ ਬਾਅਦ ਹੁੰਦੀ ਆ। ਕਹਿਣ ਤੋਂ ਭਾਵ 6 ਸਾਲਾਂ ਦੇ ਵਿੱਚ ਕਰੋੜ ਦੇ ਕਰੀਬ ਵਿਭਾਗ ਇੱਕ ਪ੍ਰਾਈਵੇਟ ਆਪਰੇਟਰ ਨੂੰ ਦਊਗਾ ਵੀ ਤੂੰ ਆਪਦੀ ਬੱਸ ਸਾਨੂੰ ਦਿੱਤੀ ਸੀ 6 ਸਾਲ ਵਾਸਤੇ, ਤੂੰ ਸਾਡੇ ਤੋਂ ਕਰੋੜ ਰੁਪਇਆ ਲੈ ਜਾ ਤੇ ਨਾਲ ਪਲੱਸ ਬੱਸ ਵੀ ਲੈ ਜਾ। ਪਰ ਅਸੀਂ ਚਾਹੁੰਦੇ ਆ ਵੀ ਸਰਕਾਰੀ ਬੱਸ ਪਾਈ ਜਾਵੇ ਜਿਹੜੀ ਕਿ 27-28 ਲੱਖ 'ਚ ਪਈ ਆ, ਜਿਹੜੀ ਮੌਜੂਦਾ ਨਵੀਆਂ ਬੱਸਾਂ ਪਈਆਂ ਤੇ 6 ਸਾਲਾਂ ਬਾਅਦ ਉਹ ਬੱਸ ਵੀ ਸਰਕਾਰ ਦੀ ਆ। ਤੇ ਉਹਦਾ ਜਿਹੜਾ 1.5 ਕਰੋੜ ਦੇਣਾ ਸੀਗਾ ਜਾਂ ਕਰੋੜ ਦੇਣਾ ਵਾ, 1 ਕਰੋੜ ਰੁਪਇਆ 6 ਸਾਲਾਂ 'ਚ ਦੇਣਾ, ਉਹ 1 ਕਰੋੜ ਦੀ ਬਜਾਏ ਉਹ ਬੱਸ ਦਾ 27 ਲੱਖ ਲੱਗਣਾ, ਪਲੱਸ ਜੇ ਖਰਚੇ ਕੱਢ ਲਈਏ 50 ਲੱਖ 'ਚ ਪੈ ਜੂ। ਕਹਿਣ ਤੋਂ ਭਾਵ 2 ਬੱਸਾਂ ਪੈ ਸਕਦੀਆਂ ਤੇ 6 ਸਾਲਾਂ ਬਾਅਦ ਵੀ ਉਹ ਸਰਕਾਰ ਦੀਆਂ। ਸਰਕਾਰ ਨੂੰ ਕਿਹਾ ਨਹੀਂ, ਤੁਸੀਂ ਦੱਸਿਆ ਨਹੀਂ ਇਹ ਮੰਤਰੀ ਸਾਹਿਬ ਨੂੰ ਵੀ ਇਹ ਸਕੀਮ ਸੀ? ਸਾਰੇ ਅੰਕੜੇ ਅਸੀਂ ਮੰਤਰੀ ਸਾਹਿਬ ਨੂੰ ਦੱਸ ਚੁੱਕੇ ਹਾਂ, ਇਸ ਮੀਟਿੰਗ 'ਚ ਵੀ ਗੱਲ ਹੋਈ, ਪਰ ਮੰਤਰੀ ਸਾਹਿਬ ਦਾ ਇਹ ਕਹਿਣਾ ਵੀ ਸਰਕਾਰ ਕੋਲੇ ਪੈਸੇ ਹੈ ਨਹੀਂ। ਅਸੀਂ ਕਿਹਾ ਵੀ ਜੇ ਸਰਕਾਰ ਕੋਲੇ ਪੈਸੇ ਹੈ ਨਹੀਂ ਤੇ ਸਰਕਾਰ ਬੱਸਾਂ ਪ੍ਰਾਈਵੇਟ ਦੀਆਂ ਕਿਉਂ ਪਾ ਰਹੀ, ਨਾ ਪਾਵੇ, ਰੁਕ ਜਾਓ, ਰੁਕ ਕੇ ਪਾ ਲਓ, ਲੋਨ ਤੇ ਲੈ ਕੇ ਪਾ ਲਓ। ਅਸੀਂ ਲੋਨ ਤਾਰਨ ਨੂੰ ਉਤਾਰੇ, ਜੇ ਅਸੀਂ ਤੁਸੀਂ ਉਹਨਾਂ ਨੂੰ 1.5 ਲੱਖ ਰੁਪਇਆ ਦੇਣਾ ਤੇ 50 ਤੋਂ 60,000 ਰੁਪਇਆ ਇੱਕ ਮਹੀਨੇ ਦਾ ਜਿਹੜਾ ਵਾ ਉਹ ਲੋਨ ਬਣਦਾ, ਉਹ ਲੋਨ ਤਾਰਿਆ ਜਾਏਗਾ। ਤੁਸੀਂ ਉਹਨਾਂ ਨੂੰ ਡਬਲ ਰਕਮ ਦੇ ਰਹੇ ਹੋ, ਤੁਸੀਂ ਲੋਨ ਤੇ ਲੈ ਕੇ ਪਾ ਲਓ। ਪਰ ਸਰਕਾਰ ਕਿਤੇ ਨਾ ਕਿਤੇ ਉਸ ਗੱਲ ਤੋਂ ਭੱਜਦੀ ਨਜ਼ਰ ਆਈ ਹੈ। ਸਾਨੂੰ ਦੀਂਦਾ ਪਿਆ ਵੀ ਜਿਹੜੇ ਸਾਡੇ ਅਧਿਕਾਰੀ ਨੇ ਜਾਂ ਜਿਹੜੇ ਸਾਡੇ ਸਮਝ ਲਓ ਵੀ ਉੱਚ ਅਧਿਕਾਰੀ ਨੇ, ਉਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਪ੍ਰਾਈਵੇਟ ਬੱਸਾਂ ਨੂੰ ਬੜਾਵਾ ਦੇ ਰਹੇ ਆ। ਪਾਸੇ ਤੁਸੀਂ ਕਹਿ ਰਹੇ ਹੋ ਵੀ ਲੋਨ ਪੈਸਾ ਹੈ ਨਹੀਂ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਇਹ ਮਹਿਕਮਾ ਹੈ ਉਹ ਇੰਨਾ ਕੁ ਪੈਸਾ ਕਮਾ ਲੈਂਦਾ ਆ ਕਿ ਉਹ ਪਲੱਸ 'ਚ ਜਾਂਦਾ ਆ। ਲੋਨ ਸਰਕਾਰ ਕਹਿ ਰਹੀ ਹੈ ਵੀ ਲੋਨ ਹੈ ਨਹੀਂ, ਅਸੀਂ ਤਾਂ ਕਹਿ ਰਹੇ ਹਾਂ ਸਰਕਾਰ ਦੇ ਬਿਆਨ ਨੇ, ਟਰਾਂਸਪੋਰਟ ਮੰਤਰੀ ਦੇ ਬਿਆਨ ਨੇ ਵੀ 108 ਕਰੋੜ ਰੁਪਇਆ ਟਰਾਂਸਪੋਰਟ ਵਿਭਾਗ 'ਚੋਂ ਬਚਿਆ। ਚਾਹੇ ਉਹਨਾਂ ਨੇ ਟੈਕਸਾਂ ਦਾ ਬਚਾਇਆ, ਕਿਵੇਂ ਬਚਾਇਆ, ਸਰਕਾਰ ਕੋਲੇ ਪੈਸਾ ਤਾਂ ਆ। ਦੂਸਰੇ ਪਾਸੇ ਜਿਹੜੀ ਫ੍ਰੀ ਸਫ਼ਰ ਸਹੂਲਤਾਂ ਦੀ ਅਸੀਂ ਗੱਲ ਕਰਦੇ ਹਾਂ, ਹਰ ਮਹੀਨੇ ਲਗਭਗ 30 ਤੋਂ 40 ਕਰੋੜ ਰੁਪਇਆ ਜਿਹੜਾ ਵਾ ਫ੍ਰੀ ਸਫ਼ਰ ਸਹੂਲਤਾਂ ਦਾ ਅਸੀਂ ਫ੍ਰੀ ਸਫ਼ਰ ਕਰਾ ਰਹੇ ਹਾਂ। 6-6 ਮਹੀਨਿਆਂ ਦਾ 250 ਕਰੋੜ ਦੇ ਕਰੀਬ ਜਿਹੜਾ ਵਾ 250 ਕਰੋੜ ਤੋਂ ਪਲੱਸ ਸਾਡਾ ਪੈਂਡਿੰਗ ਪਿਆ ਪਨਬੱਸ ਤੇ ਪੀਆਰਟੀਸੀ ਵਾਲੇ ਦਾ, ਜਿਹੜਾ ਕਿ ਸਾਨੂੰ ਸਰਕਾਰ ਵੱਲੋਂ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਨਹੀਂ ਆਏ। ਉਹ 6 ਮਹੀਨਿਆਂ ਦੇ ਪੈਸੇ ਨਾ ਆਉਣ ਕਾਰਨ ਜਿਹੜੀ ਸਾਡੀ ਦਿੱਕਤ ਆ ਰਹੀ ਹੈ ਟੈਕਸ ਤਾਰਨ 'ਚ, ਤਨਖਾਹਾਂ ਹਰ ਮਹੀਨੇ ਰਿਲੀਜ਼ ਕਰਨ ਦੇ ਵਿੱਚ, ਜੋ 250 ਕਰੋੜ ਆ ਜੇ ਤੇ ਸਾਨੂੰ ਲਗਭਗ 6 ਮਹੀਨੇ ਜਾਂ ਸਾਲ ਲੋੜ ਨਹੀਂ ਪੈਸਿਆਂ ਦੀ। ਅਸੀਂ ਆਪਣੇ ਜਿਹੜੇ ਲੋਨ ਨੇ ਉਹ ਵੀ ਤਾਰ ਸਕਦੇ ਹਾਂ, ਡੀਜ਼ਲ ਵੀ ਪੂਰਾ ਕਰ ਸਕਦੇ ਹਾਂ, ਤਨਖਾਹਾਂ ਵੀ, ਟੈਕਸ ਵੀ। ਸਾਨੂੰ 6 ਮਹੀਨੇ ਕੋਈ ਲੋੜ ਨਹੀਂ ਗੀ, 6 ਤੋਂ ਵੀ ਪਲੱਸ ਮਹੀਨੇ ਸਾਡੇ ਲੰਘ ਜਾਣਗੇ, ਕਿਉਂਕਿ ਸਾਡਾ ਖਰਚਾ ਜਿਹੜਾ, ਜਿਵੇਂ ਪਨਬੱਸ ਦੀ ਗੱਲ ਕਰੀਏ ਤਾਂ 10 ਕਰੋੜ ਰੁਪਇਆ ਸੈਲਰੀ ਦਾ, 16-17 ਕਰੋੜ ਰੁਪਇਆ ਜਿਹੜਾ ਵਾ ਉਹ ਸਾਡਾ ਲਗਭਗ ਬਣਦਾ ਵਾ ਤਨਖਾਹ ਦਾ। ਤੇ ਨਗਦਾਂ ਵਾਲੇ ਨਾਲ ਅਸੀਂ ਡੀਜ਼ਲ ਦਾ, ਅਸੀਂ ਡੀਜ਼ਲ ਹੈ ਜਿਹੜਾ ਨਗਦਾਂ ਵਾਲੇ ਨਾਲ ਲਗਭਗ ਪਵਾ ਰਹੇ ਹਾਂ ਵੀ ਨਗਦਾਂ ਦੀ ਸਵਾਰੀ ਇੰਨੀ ਕੁ 20 ਰੁਪਏ ਸਾਡੀ ਰਸੀਟ ਆ ਰਹੀ ਆ। ਜਿਹੜੀ ਫ੍ਰੀ ਵਾਲੇ ਪੈਸੇ ਉਹ ਨਾ ਆਉਣ ਕਾਰਨ ਹੀ ਜਿਹੜਾ ਸਾਡਾ ਵਿਭਾਗ ਉਹ ਘੱਟ। ਵਾਲਾ ਕਿੰਨਾ ਕਿ 1 ਮਹੀਨੇ ਦੇ ਵਿੱਚ? ਫ੍ਰੀ ਵਾਲਾ ਲਗਭਗ 30 ਤੋਂ 35 ਕਰੋੜ ਰੁਪਇਆ ਜਿਹੜਾ ਵਾ ਫ੍ਰੀ ਸਫ਼ਰ ਸਹੂਲਤਾਂ ਵਾਲਾ ਵਾ, ਜਿਹੜਾ ਸਾਡਾ ਪੈਂਡਿੰਗ ਚੱਲ ਰਿਹਾ ਹਰ ਮਹੀਨੇ ਦਾ ਹੀ 6 ਮਹੀਨੇ ਹੋ ਗਏ ਪੈਂਡਿੰਗ ਚੱਲ ਰਿਹਾ। ਕਿਲੋਮੀਟਰ ਵਾਲੇ ਨੂੰ ਕਿਵੇਂ ਦੇਣਗੇ ਜੇ ਤੁਹਾਨੂੰ ਨਹੀਂ ਦਿੰਦੇ? ਉਹ ਕਿਲੋਮੀਟਰ ਵਾਲੇ ਨੂੰ ਉਹੀ ਕਾਰਨ ਹੈ, ਅਸੀਂ ਉਹੀ ਗੱਲ ਕਰ ਰਹੇ ਹਾਂ ਵੀ ਕਿਲੋਮੀਟਰ ਸਕੀਮ ਵਾਲੇ ਪੈਸੇ ਫਿਰ ਵੀ ਤਨਖਾਹਾਂ ਸੈਲਰੀਆਂ ਜਿਹੜੀਆਂ ਸਾਡੇ ਮੁਲਾਜ਼ਮਾਂ ਦੀਆਂ ਰੋਕੀਆਂ ਜਾਣਗੀਆਂ, ਕਿਲੋਮੀਟਰ ਵਾਲ ਨੂੰ ਪੈਸੇ ਦਿੱਤੇ ਜਾਣਗੇ ਤੇ ਸਾਡੀਆਂ ਸੈਲਰੀਆਂ ਰੋਕ ਲਈਆਂ ਜਾਣਗੀਆਂ। ਜਿਹੜੇ ਪੈਸੇ ਪੈਂਡਿੰਗ ਚੱਲ ਰਹੇ ਉਹ ਪੈਸੇ ਆਉਣੇ ਤਾਂ ਹੈਗੇ ਹੀ ਆ, ਪਰ ਉਹ ਡਿਲੇ ਹੋ ਰਹੇ ਆ। ਅਸੀਂ ਕਹਿ ਰਹੇ ਵੀ ਤੁਸੀਂ ਸਰਕਾਰੀ ਬੱਸ ਪਾਓ, ਚਾਹੇ ਲੋਨ ਤੇ ਲੈ ਕੇ ਪਾਓ, ਜੇ ਕਿਲੋਮੀਟਰਾਂ ਨੂੰ ਦੇਣੇ ਤੇ ਇੱਧਰੋਂ ਲੋਨ ਵੀ ਤਰ ਜਾਏਗਾ। ਪਹਿਲੀ ਗੱਲ ਤਾਂ ਸਰਕਾਰ ਨੂੰ ਚਾਹੀਦਾ ਕਿ ਜੇ ਫ੍ਰੀ ਸਫ਼ਰ ਸਹੂਲਤਾਂ ਦਿੱਤੀਆਂ ਤੇ 10,000 ਸਰਕਾਰੀ ਬੱਸ ਸਰਕਾਰ ਕਰੇ। 10,000 ਸਰਕਾਰੀ ਬੱਸ ਆਮ ਲੋਕਾਂ ਨੂੰ ਚਾਹੀਦੀ। ਅੱਜ ਜੇ 130 ਸਵਾਰੀਆਂ ਇੱਕ ਬੱਸ 'ਚ ਚੜ੍ਹ ਰਹੀਆਂ ਤੇ ਲੋਕ ਵੀ ਡਿੱਗ ਕੇ ਸੱਟ ਲੱਗੂਗੀ, ਕਿਸੇ ਦੀ ਡੈਥ ਵੀ ਹੋ ਸਕਦੀ, ਉਹਦਾ ਪਰਚਾ ਡਰਾਈਵਰ ਕਨੈਕਟਰ ਤੇ ਹੁੰਦਾ। ਡਰਾਈਵਰ ਕਨੈਕਟਰ ਮਜਬੂਰੀ ਦੇ ਮਾਰੇ ਲੋਕਾਂ ਨੂੰ ਸਹੂਲਤ ਦੇਣ ਪਿੱਛੇ, ਕਿਉਂਕਿ ਲੋਕ ਸਾਡੇ ਪੰਜਾਬ ਦੇ ਨੇ, ਉਹਨਾਂ ਨੂੰ ਸਹੂਲਤ ਦੇਣ ਪਿੱਛੇ ਅਸੀਂ ਲੋਕਾਂ ਨੂੰ ਲਈ ਫਿਰਦੇ ਹਾਂ। ਪਰ ਸਾਡਾ ਰੂਲ ਨਹੀਂ ਕਹਿੰਦਾ ਕਿ ਅਸੀਂ 52 ਸਵਾਰੀਆਂ ਤੋਂ ਉੱਪਰ ਸਵਾਰੀ ਬਿਠਾਈਏ, ਕਿਉਂਕਿ ਉਸ ਤੋਂ ਬਾਅਦ ਓਵਰਲੋਡਿੰਗ ਹੋ ਜਾਂਦੀ ਹੈ। ਬਾਹਰਲੀਆਂ ਸਟੇਟਾਂ 'ਚ ਚਲਾਨ ਵੀ ਹੁੰਦੇ ਆ, ਪਰ ਪੰਜਾਬ ਦੇ ਵਿੱਚ ਸਰਕਾਰ ਨੇ ਖੁੱਲ੍ਹ ਦਿੱਤੀ ਹੋਈ ਆ। ਜੇ ਸਰਕਾਰ ਸਵੇਰੇ ਇਹ ਚੀਜ਼ ਬੰਦ ਕਰ ਦੇਵੇ ਤਾਂ ਮੇਰੇ ਖਿਆਲ ਦੇ ਵਿੱਚ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰ ਆਉਣਗੇ ਕਿ ਸਾਨੂੰ ਬੱਸਾਂ ਦਿੱਤੀਆਂ ਜਾਣ। ਠੀਕ ਹੈ, ਬਸ ਇੱਕ ਆਖਰੀ ਸਵਾਲ ਇਹ ਹੈਗਾ ਕਿ ਪ੍ਰੂਫ ਤੁਸੀਂ ਦੇ ਚੁੱਕੇ ਹੋ, ਕਾਰਵਾਈ ਦੇ ਇੰਤਜ਼ਾਰ ਦੇ ਵਿੱਚੋਂ ਕੀ ਉਮੀਦ ਲੱਗਦੀ ਕਿ ਕਾਰਵਾਈ ਹੋਵੇਗੀ ਤੇ ਜਾਂ ਫਿਰ ਤੁਹਾਨੂੰ ਫਿਰ ਸੜਕਾਂ ਤੇ ਉਤਰਨਾ ਪਵੇਗਾ? ਬਿਲਕੁਲ ਜੀ, ਸਾਨੂੰ ਉਮੀਦ ਹੈ ਜਿਸ ਤਰੀਕੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੀਐਮ ਸਾਹਿਬ ਹਰ ਇੱਕ ਗੱਲ ਤੇ ਬਿਆਨ ਦਿੰਦੇ ਕਿ ਅਸੀਂ ਕਰਪਸ਼ਨ ਮੁਕਤ ਕਰਾਂਗੇ, ਕਰਪਸ਼ਨ ਖਤਮ ਕਰਾਂਗੇ। ਸਾਡੇ ਟਰਾਂਸਪੋਰਟ ਮੰਤਰੀ ਜੀ ਵੀ ਇਹ ਕਹਿ ਰਹੇ ਆ ਕਿ ਅਸੀਂ ਕਰਪਸ਼ਨ ਨਹੀਂ ਕਰਨ ਦੇਣੀ, ਕਿਸੇ ਨੂੰ ਨਹੀਂ ਰਹਿਣ ਦੇਣਾ। ਅਸੀਂ ਪ੍ਰੂਫ ਦੇ ਚੁੱਕੇ ਹਾਂ। ਜੇ ਉਹ ਕਾਰਵਾਈ ਨਹੀਂ ਕਰਦੇ
ਤਾਂ ਫਿਰ ਸਾਨੂੰ ਮਜਬੂਰੀ ਸੜਕਾਂ ਤੇ ਉਤਰਨਾ ਪਏਗਾ। ਪਰ ਸਾਨੂੰ ਪੂਰੀ ਉਮੀਦ ਆ ਕਿ ਸਰਕਾਰ ਜਿਹੜੀ ਆ ਉਹ ਇਸ ਮੁੱਦੇ ਤੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਖਤ ਐਕਸ਼ਨ ਲਏਗੀ। ਪਹਿਲੀ ਦੀ ਆਧਾਰ ਤੇ ਤਾਂ ਭਰਤੀ ਨੂੰ ਰੋਕਿਆ ਜਾਏਗਾ, ਉਸ ਤੋਂ ਬਾਅਦ ਇਹਦੀ ਵਿਭਾਗੀ ਜਾਂਚ ਜਿਹੜੀ ਆ CBI ਨੂੰ ਜਾਂ ਵਿਜੀਲੈਂਸ ਨੂੰ ਦੇ ਕੇ ਉਹ ਜਾਂਚ ਕੀਤੀ ਜਾਵੇ। ਜਾਂਚ ਕਰਨ ਤੋਂ ਬਾਅਦ ਫਿਰ ਇਹਨੂੰ ਪ੍ਰੋਪਰ ਚੈਨਲ ਜਿਹੜੀ ਭਰਤੀ ਆ ਉਹ ਕੀਤੀ ਜਾਵੇ। ਜੇਕਰ ਸਰਕਾਰ ਇੱਧਰ ਨੂੰ ਨਹੀਂ ਆਉਂਦੀ, ਕੋਈ ਆਊਟਸੋਰਸਿੰਗ ਦੀ ਭਰਤੀ ਲੈ ਕੇ ਆਉਂਦੀ ਆ, ਫਿਰ ਸਾਨੂੰ ਮਜਬੂਰੀ ਦੇ ਵਿੱਚ ਰੋਡ ਬਲੌਕ ਕਰਨੇ ਪੈਣਗੇ ਤੇ ਧਰਨੇ ਮੁਜ਼ਾਹਰੇ ਲਾਉਣੇ ਪੈਣਗੇ ਜੀ। ਬਹੁਤ ਬਹੁਤ ਧੰਨਵਾਦ। ਠੀਕ ਹੈ। ਸੋ ਇਹ ਸਨ ਸਾਡੇ ਨਾਲ ਰੇਸ਼ਮ ਗਿੱਲ, ਜਿਹੜੇ ਕਿ ਪ੍ਰੈਜ਼ੀਡੈਂਟ ਨੇ, ਸੂਬਾ ਪ੍ਰੈਜ਼ੀਡੈਂਟ ਨੇ। ਜਿਹੜੇ ਪਨ ਬੱਸ ਤੇ PRTC ਦੀ ਇੱਕ ਸੰਘਰਸ਼ ਕਮੇਟੀ ਉਹ ਬਣੀ ਹੋਈ ਹੈ। ਇਹਨਾਂ ਵੱਲੋਂ ਪ੍ਰੂਫ ਦਿੱਤੇ ਜਾਂਦੇ ਨੇ, ਪ੍ਰੂਫ ਨੇ ਉਹਨਾਂ ਲੋਕਾਂ ਦੇ ਖਿਲਾਫ ਜੋ ਕਿ ਇਸ ਵਿਭਾਗ ਦੇ ਵਿੱਚ, ਟਰਾਂਸਪੋਰਟ ਵਿਭਾਗ ਦੇ ਵਿੱਚ ਬੈਕਡੋਰ ਤੋਂ ਐਂਟਰੀਆਂ ਕਰਦੇ ਨੇ, ਜਾਂ ਕਹੀਏ ਕਿ ਪੈਸੇ ਜਿਹੜੇ ਕਮਾ ਰਹੇ ਨੇ ਜਾਂ ਲੈਣ ਦੇਣ ਚੱਲ ਰਿਹਾ ਵੀ। ਜਿਵੇਂ ਇਹਨਾਂ ਨੇ ਦੱਸਿਆ ਕਿ ਪਹਿਲੀ ਰਿਕਾਰਡਿੰਗ ਦੇ ਵਿੱਚ ਇੱਕ ਤੋਂ ਜਿਹੜਾ 1.5 ਲੱਖ ਰੁਪਏ ਦੀ ਡਰਾਈਵਰ ਜਾਂ ਕਨੈਕਟਰ ਦੀ ਜਿਹੜੀ ਡਿਮਾਂਡ ਆ ਰਹੀ ਹੈ ਕਿ ਇੰਨੇ ਦੇ ਦਿਓ ਤੇ ਭਰਤੀ ਕਰ ਲਓ, ਤੇ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ। ਇਸ ਖਿਲਾਫ ਪ੍ਰੂਫ ਦਿੱਤੇ ਗਏ ਨੇ। ਮਾਨ ਸਰਕਾਰ ਗੱਲ ਕਰ ਰਹੀ ਹੈ ਕਿ ਅਸੀਂ ਕਰਪਸ਼ਨ ਦੇ ਉਲਟਾ ਹੈ, ਅਸੀਂ ਕਰਪਸ਼ਨ ਮੁਕਤ ਪੰਜਾਬ ਬਣਾਉਣਾ, ਅਸੀਂ ਐਕਸ਼ਨ ਲਵਾਂਗੇ, ਚਾਹੇ ਮੰਤਰੀ ਸੰਤਰੀ ਕੋਈ ਵੀ ਹੋਵੇ। ਪਰ ਫਿਰ ਵੀ ਜਿਹੜਾ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਇੱਕ ਹਫ਼ਤੇ ਤੋਂ ਵਧੇਰਾ ਸਮਾਂ ਹੋ ਚੁੱਕਿਆ ਹੈ, ਪਰ ਹਜੇ ਤੱਕ ਕੋਈ ਐਕਸ਼ਨ ਲਿੱਤਾ ਗਿਆ। ਤੇ ਇਹਨਾਂ ਨੇ ਕਿਹਾ ਕਿ ਜੇਕਰ ਐਕਸ਼ਨ ਨਾ ਲਿੱਤਾ ਗਿਆ, ਇਸੇ ਤਰ੍ਹਾਂ ਕਰਪਸ਼ਨ ਚੱਲਦੀ ਰਹੀ, ਇਸੇ ਤਰ੍ਹਾਂ ਬੈਕਡੋਰ ਐਂਟਰੀਆਂ ਹੁੰਦੀਆਂ ਰਹੀਆਂ, ਤਾਂ ਅਸੀਂ ਧਰਨੇ ਮੁਜ਼ਾਹਰੇ ਵੀ ਲਾਵਾਂਗੇ। ਤੇ ਮਾਨ ਸਰਕਾਰ ਵਾਅਦਾ ਕਰਦੀ ਹੈ ਕਿ ਅਸੀਂ ਕਰਪਸ਼ਨ ਮੁਕਤ ਬਣਾਵਾਂਗੇ, ਪਰ ਅਜਿਹਾ ਨਹੀਂ ਹੋ ਰਿਹਾ। ਪਰ ਇਸ ਦੇ ਖਿਲਾਫ ਕਾਰਵਾਈ ਜ਼ਰੂਰ ਜਿਹੜੀ ਉਹ ਕੀਤੀ ਜਾਵੇਗੀ। ਸੋ ਤੁਸੀਂ ਦੇਖ ਰਹੇ ਹੋ TV ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।